ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਭਗਤ ਕਬੀਰ ਜੀਓ ਕੇ। ਕਬੀਰ ਲੇਖਾ ਦੇ ਨਾ ਸੁਹੇਲਾ, ਜੋ ਦਿਲ ਸੂਚੀ ਹੋਏ। ਉਸ ਸਾਚੇ ਦੀ ਬਾਣ ਮੈਂ, ਪੱਲਾ ਨਾ ਪਕੜੈ ਕੋਏ। ਹੇ ਕਬੀਰ, ਉਹ ਰੱਬ ਮਨੁੱਖ ਪਾਸੋਂ ਸਿਰਫ ਦਿਲ ਦੀ ਪਾਕੀਜ਼ਗੀ ਦੀ ਕੁਰਬਾਨੀ ਮੰਗਦਾ ਹੈ। ਜੇ ਮਨੁੱਖ ਦੇ ਦਿਲ ਦੀ ਪਵਿੱਤਰਤਾ ਕਾਇਮ ਹੋਵੇ ਤਾਂ ਆਪਣੇ ਕੀਤੇ ਅਮਲਾਂ ਦਾ ਲੇਖਾ ਦੇਣਾ ਸੌਖਾ ਹੋ ਜਾਂਦਾ ਹੈ। ਇਸ ਪਵਿੱਤਰਤਾ ਦੀ ਬਰਕਤ ਨਾਲ ਉਸ ਸੱਚੀ ਕਚਹਿਰੀ ਵਿੱਚ ਕੋਈ ਰੋਕ ਟੋਕ ਨਹੀਂ ਕਰਦਾ। ਕਬੀਰ ਧਰਤੀ ਅਰ ਆਕਾਸ ਮਹਿ, ਦੋਇ ਤੂ ਬਰੀ ਅਬਦ। ਖਟ ਦਰਸ਼ਨ ਸੰਸੇ ਪਰੇ, ਅਰ 84 ਸਿੱਧ। ਹੇ ਕਬੀਰ, ਹੇ ਦਵੈਤ, ਸਾਰੀ ਸ੍ਰਿਸ਼ਟੀ ਵਿੱਚ ਹੀ ਤੂੰ ਬਹੁਤ ਬਲੀ ਹੈ। ਤੈਨੂੰ ਬਹੁਤ ਔਖਿਆਈ ਨਾਲ ਹੀ ਮੁਕਾਇਆ ਜਾ ਸਕਦਾ ਹੈ। ਹਜ ਕਰਨ ਤੇ ਕੁਰਬਾਨੀ ਦੇਣ ਵਾਲੇ ਮੁੱਲਾਂ ਜਾਂ ਠਾਕੁਰ ਪੂਜਾ ਕਰਾਉਣ ਵਾਲੇ ਬ੍ਰਾਹਮਣ ਤਾਂ ਕਿਤੇ ਰਹੇ। 6 ਭੇਖਾਂ ਦੇ ਤਿਆਗੀ ਅਤੇ ਜੋਗ ਦੇ ਸਾਧਨਾ ਵਿੱਚ ਪਰਪੱਕ ਹੋਏ 84 ਸਿੱਧ ਵੀ ਹੇ ਦੋਏ ਤੈਥੋਂ ਸਹਿਮੇ ਹੋਏ ਹਨ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਤੇਰਾ ਤੁਝ ਕੋ ਸੋ ਪਤੇ, ਕਿਆ ਲਾਗੇ ਮੇਰਾ। ਹੇ ਕਬੀਰ, ਇਸ ਦੋਏ ਨੂੰ ਮਿਟਾਉਣ ਲਈ ਨਾ ਹਜ ਕੁਰਬਾਨੀਆਂ, ਨਾ ਠਾਕੁਰ ਪੂਜਾ, ਨਾ ਬ੍ਰਾਹਮਣ ਦੀ ਸੇਵਾ, ਨਾ ਤਿਆਗ ਤੇ ਨਾ ਜੋਗ ਸਾਧਨ, ਇਹ ਕੋਈ ਵੀ ਸਹਾਇਤਾ ਨਹੀਂ ਕਰ ਸਕਦੇ। ਸਿਰਫ ਇੱਕੋ ਹੀ ਤਰੀਕਾ ਹੈ, ਉਹ ਇਹ ਹੈ ਕਿ ਆਪਣਾ ਆਪ ਪ੍ਰਭੂ ਦੇ ਹਵਾਲੇ ਕੀਤਾ ਜਾਏ। ਇਸੇ ਦਾ ਨਾਮ ਦਿਲ ਸਾਬਿਤ ਹੈ। ਸੋ ਪ੍ਰਭੂ ਦੇ ਦਰ ਤੇ ਅਰਦਾਸ ਕਰ ਤੇ ਆਖ, ਹੇ ਪ੍ਰਭੂ, ਜੋ ਕੁਝ ਮੇਰੇ ਪਾਸ ਹੈ, ਇਹ ਤਨ ਮਨ ਧਨ, ਇਸ ਵਿੱਚ ਕੋਈ ਚੀਜ਼ ਐਸੀ ਨਹੀਂ ਜਿਸ ਨੂੰ ਮੈਂ ਆਪਣੀ ਆਖ ਸਕਾਂ। ਜੋ ਕੁਝ ਮੇਰੇ ਕੋਲ ਹੈ ਸਭ ਤੇਰਾ ਹੀ ਦਿੱਤਾ ਹੋਇਆ ਹੈ। ਜੇ ਤੇਰੀ ਮਿਹਰ ਹੋਵੇ ਤਾਂ ਤੇਰਾ ਬਖਸ਼ਿਆ ਹੋਇਆ ਇਹ ਤਨ ਮਨ ਧਨ ਮੈਂ ਤੇਰੀ ਭੇਟ ਕਰਦਾ ਹਾਂ। ਇਸ ਵਿੱਚ ਮੇਰੇ ਪੱਲਿਓਂ ਕੁਝ ਖਰਚ ਨਹੀਂ ਹੁੰਦਾ। कबीर तू तू करता तू हुआ, मुझ में रहा न हूँ। जब आपा पर का मिट गया, जत देखो तत तू। हे कबीर, प्रभु दे दर ते इਉਂ आख, हे प्रभु, तेरी ਮਿਹਰ ਨਾਲ ਹਰ ਵੇਲੇ ਤੇਰਾ ਸਿਮਰਨ ਕਰਦਿਆਂ ਮੈਂ ਤੇਰੇ ਵਿੱਚ ਹੀ ਲੀਨ ਹੋ ਗਿਆ ਹਾਂ। ਮੇਰੇ ਅੰਦਰ ਮੈਂ ਦਾ ਖਿਆਲ ਰਹਿ ਹੀ ਨਹੀਂ ਗਿਆ। ਤੇਰਾ ਸਿਮਰਨ ਕਰਦਿਆਂ ਹੁਣ ਜਦੋਂ ਮੇਰੇ ਅੰਦਰੋਂ ਆਪਣੇ ਪਰਾਏ ਵਾਲਾ ਵਿਤਕਰਾ ਮਿਟ ਗਿਆ ਹੈ, ਦੋਏ ਮਿਟ ਗਈ ਹੈ, ਮੈਂ ਜਿੱਧਰ ਵੇਖਦਾ ਹਾਂ ਮੈਨੂੰ ਹਰ ਥਾਂ ਤੂੰ ਹੀ ਦਿਸ ਰਿਹਾ ਹੈ। ਕਬੀਰ ਬਿਕਾ ਰਹੇ ਚਿਤਵਤੇ, ਝੂਠੇ ਕਰਤੇ ਆਸ। ਮਨੋਰਥ ਕੋਈ ਨਾ ਪੂਰਿਓ, ਚਾਲੇ ਉਠ ਨਿਰਾਸ। ਹੇ ਕਬੀਰ, ਜੋ ਮਨੁੱਖ ਦੋਏ ਵਿੱਚ ਫਸੇ ਰਹਿ ਕੇ ਪ੍ਰਭੂ ਦਾ ਸਿਮਰਨ ਨਹੀਂ ਕਰਦੇ, ਜੋ ਸਦਾ ਭੈੜੇ ਕੰਮ ਕਰਨ ਦੀਆਂ ਸੋਚਾਂ ਸੋਚਦੇ ਰਹਿੰਦੇ ਹਨ, ਜੋ ਸਦਾ ਇਹਨਾਂ ਨਾਸਵੰਦ ਪਦਾਰਥਾਂ ਦੀਆਂ ਹੀ ਤਾਂਘਾਂ ਤਾਂਘਦੇ ਹਨ, ਉਹ ਮਨੁੱਖ ਦਿਲ ਦੀਆਂ ਆਸਾਂ ਨਾਲ ਲੈ ਕੇ ਹੀ ਇੱਥੋਂ ਤੁਰ ਪੈਂਦੇ ਹਨ। ਉਹਨਾਂ ਦੇ ਮਨ ਦੀ ਕੋਈ ਦੌੜ ਭੱਜ ਪੂਰੀ ਨਹੀਂ ਹੁੰਦੀ। ਭਾਵ ਕਿਸੇ ਵੀ ਪਦਾਰਥ ਦੇ ਮਿਲਣ ਨਾਲ ਉਹਨਾਂ ਦੇ ਮਨ ਦੀ ਦੌੜ ਭੱਜ ਮੁੱਕਦੀ ਨਹੀਂ। ਆਸਾਂ ਹੋਰ ਵੱਧਦੀਆਂ ਜਾਂਦੀਆਂ ਹਨ। ਕਬੀਰ ਹਰ ਕਾ ਸਿਮਰਨ ਜੋ ਕਰੈ, ਸੋ ਸੁਖੀਆ ਸੰਸਾਰ। ਇਤ ਉਤ ਕਤਹਿ ਨ ਡੋਲਈ, ਜਿਸ ਰਾਖੈ ਸਿਰਜਨਹਾਰ। ਹੇ ਕਬੀਰ, ਜੋ ਮਨੁੱਖ ਪਰਮਾਤਮਾ ਦੀ ਯਾਦ ਹਿਰਦੇ ਵਿੱਚ ਵਸਾਉਂਦਾ ਹੈ, ਉਹ ਇਸ ਜਗਤ ਵਿੱਚ ਸੁਖੀ ਜੀਵਨ ਬਤੀਤ ਕਰਦਾ ਹੈ। ਉਹ ਮਨੁੱਖ ਇਸ ਲੋਕ ਤੇ ਪਰਲੋਕ ਵਿੱਚ ਕਿਤੇ ਵੀ ਇਹਨਾਂ ਵਿਕਾਰਾਂ ਤੇ ਆਸਾਂ ਦੇ ਕਾਰਨ ਭਟਕਦਾ ਨਹੀਂ ਹੈ, ਕਿਉਂਕਿ ਪਰਮਾਤਮਾ ਆਪ ਉਸ ਨੂੰ ਇਹਨਾਂ ਤੋਂ ਬਚਾਉਂਦਾ ਹੈ। ਕਬੀਰ ਘਾਣੀ ਪੀੜ ਤੇ, ਸਤਿਗੁਰ ਲੀਏ ਛਡਾਏ। ਪਰਾ ਪੁਰਬਲੀ ਪਾਵਨੀ, ਪ੍ਰਗਟ ਹੋਈ ਆਏ। ਹੇ ਕਬੀਰ, ਦੁਨੀਆ ਦੇ ਜੀਵ ਵਿਕਾਰਾਂ ਦੇ ਦੁਨਿਆਵੀ ਆਸਾਂ ਦੀ ਕਹਾਣੀ ਵਿੱਚ ਇਉਂ ਪੀੜੇ ਜਾ ਰਹੇ ਹਨ ਜਿਵੇਂ ਕੋਹਲੂ ਵਿੱਚ ਤਿਲ ਪੀੜੀਦੇ ਹਨ। ਪਰ ਜੋ ਹਰਿ ਕਾ ਸਿਮਰਨ ਕਰੇ, ਉਹਨਾਂ ਨੂੰ ਸਤਿਗੁਰੂ ਇਸ ਕਹਾਣੀ ਵਿੱਚੋਂ ਬਚਾ ਲੈਂਦਾ ਹੈ। ਪ੍ਰਭੂ ਚਰਨਾਂ ਨਾਲ ਉਹਨਾਂ ਦਾ ਪਿਆਰ ਜੋ ਧੁਰ ਤੋਂ ਤੁਰਿਆ ਆ ਰਿਹਾ ਹੈ, ਪਰ ਜੋ ਇਹਨਾਂ ਵਿਕਾਰਾਂ ਤੇ ਆਸਾਂ ਹੇਠ ਨੱਪਿਆ ਗਿਆ ਸੀ, ਉਹ ਸਿਮਰਨ ਦੀ ਬਰਕਤ ਤੇ ਸਤਿਗੁਰ ਦੀ ਮਿਹਰ ਨਾਲ ਮੁੜ ਹਿਰਦੇ ਵਿੱਚ ਚਮਕ ਪੈਂਦਾ ਹੈ। ਕਬੀਰ ਟਾਲੇ ਟੋਲੇ ਦਿਨ ਗਿਆ, ਬਿਆਜ ਬੜਨ ਤੋ ਜਾਏ।
ਨਾ ਹਰ ਭਜਿਓ ਨਾ ਖਤ ਫਟਿਓ, ਕਾਲ ਪਹੁੰਚੋ ਆਏ। ਹੇ ਕਬੀਰ, ਜੋ ਮਨੁੱਖ ਗੁਰੂ ਦੀ ਸ਼ਰਨ ਨਹੀਂ ਆਉਂਦੇ, ਉਹਨਾਂ ਦੇ ਕੀਤੇ ਵਿਕਾਰਾਂ ਤੇ ਬਣਾਈਆਂ ਆਸਾਂ ਤੇ ਕਾਰਨ ਸਿਮਰਨ ਵੱਲੋਂ ਅੱਜ ਭਲਕ ਕਰਦਿਆਂ ਉਹਨਾਂ ਦੀ ਉਮਰ ਦਾ ਸਮਾਂ ਗੁਜ਼ਰਦਾ ਜਾਂਦਾ ਹੈ। ਵਿਕਾਰਾਂ ਤੇ ਆਸਾਂ ਦਾ ਵਿਆਜ ਵੱਧਦਾ ਜਾਂਦਾ ਹੈ। ਨਾ ਹੀ ਉਹ ਪਰਮਾਤਮਾ ਦਾ ਸਿਮਰਨ ਕਰਦੇ ਹਨ, ਨਾ ਹੀ ਉਹਨਾਂ ਦਾ ਵਿਕਾਰਾਂ ਤੇ ਆਸਾਂ ਦਾ ਇਹ ਲੇਖਾ ਮੁੱਕਦਾ ਹੈ। ਬਸ ਇਹਨਾਂ ਵਿਕਾਰਾਂ ਤੇ ਆਸਾਂ ਵਿੱਚ ਫਸੇ ਹੋਇਆਂ ਦੇ ਸਿਰ ਉੱਤੇ ਮੌਤ ਆ ਪੜਦੀ ਹੈ। ਮਹੱਲਾ ਪੰਜਵਾਂ। ਕਬੀਰ ਕੂਕਰ ਭੌਕਨਾ, ਕਰੰਗ ਪਿੱਛੇ ਉਠ ਧਾਏ। ਕਰਮੀ ਸਤਿਗੁਰ ਪਾਇਆ, ਜਿਨ ਹਉ ਲਿਆ ਛਡਾਏ। ਹੇ ਕਬੀਰ, ਭੌਂਕਣ ਵਾਲਾ ਭਾਵ ਲਾਲਚ ਦਾ ਮਾਰਿਆ ਕੁੱਤਾ ਸਦਾ ਮੁਰਦਾਰ ਵੱਲ ਦੌੜਦਾ ਹੈ। ਇਸੇ ਤਰ੍ਹਾਂ ਵਿਕਾਰਾਂ ਤੇ ਆਸਾਂ ਵਿੱਚ ਫਸਿਆ ਮਨੁੱਖ ਸਦਾ ਵਿਕਾਰਾਂ ਤੇ ਆਸਾਂ ਵੱਲ ਹੀ ਦੌੜਦਾ ਹੈ। ਤਾਈਂ ਇਹ ਸਿਮਰਨ ਵੱਲੋਂ ਟਾਲ ਮਟੋਲੇ ਕਰਦਾ ਹੈ। ਮੈਨੂੰ ਪਰਮਾਤਮਾ ਦੀ ਮਿਹਰ ਨਾਲ ਸਤਿਗੁਰੂ ਮਿਲ ਪਿਆ ਹੈ। ਉਸ ਨੇ ਮੈਨੂੰ ਇਹਨਾਂ ਵਿਕਾਰਾਂ ਤੇ ਆਸਾਂ ਦੇ ਪੰਜੇ ਤੋਂ ਛੁਡਾ ਲਿਆ ਹੈ। ਮਹੱਲਾ ਪੰਜਵਾਂ। ਕਬੀਰ ਧਰਤੀ ਸਾਧਕੀ, ਤਸਕਰ ਬੈਸਹਿ ਗਾਹੇ। ਧਰਤੀ ਭਾਰ ਨਾ ਵਿਆਪਈ, ਉਨ ਕੋ ਲਾਹੂ ਲਾਹੇ। ਹੇ ਕਬੀਰ, ਜੇ ਵਿਕਾਰੀ ਮਨੁੱਖ ਚੰਗੇ ਭਾਗਾਂ ਨਾਲ ਹੋਰ ਝਾਕ ਛੱਡ ਕੇ ਸਤਿਗੁਰੂ ਦੀ ਸੰਗਤ ਵਿੱਚ ਆ ਬੈਠਣ ਤਾਂ ਵਿਕਾਰੀਆਂ ਦਾ ਅਸਰ ਉਸ ਸੰਗਤ ਉੱਤੇ ਨਹੀਂ ਪੈਂਦਾ। ਹਾਂ, ਵਿਕਾਰੀ ਬੰਦਿਆਂ ਨੂੰ ਜ਼ਰੂਰ ਲਾਭ ਅੱਪੜਦਾ ਹੈ। ਉਹ ਵਿਕਾਰੀ ਬੰਦੇ ਜ਼ਰੂਰ ਲਾਭ ਉਠਾਉਂਦੇ ਹਨ। ਮਹੱਲਾ ਪੰਜਵਾਂ। ਕਬੀਰ ਚਾਵਲ ਕਾਰਨੇ, ਤੁਖ ਕੋ ਮੁਹਲੀ ਲਾਏ। ਸੰਗ ਕੁਸੰਗੀ ਬੈਸਤੇ, ਤਬ ਪੂਛੇ ਧਰਮ ਰਾਏ। ਹੇ ਕਬੀਰ, ਤੋਹਾਂ ਨਾਲੋਂ ਚੌਲ ਵੱਖਰੇ ਕਰਨ ਦੀ ਖਾਤਰ ਛੜਨ ਵੇਲੇ ਮੂਲੀ ਦੀ ਸੱਟ ਵੱਜਦੀ ਹੈ। ਇਸੇ ਤਰ੍ਹਾਂ ਜੋ ਮਨੁੱਖ ਵਿਕਾਰੀਆਂ ਦੀ ਸੋਬਤ ਵਿੱਚ ਬੈਠਦਾ ਹੈ, ਉਹ ਵੀ ਵਿਕਾਰਾਂ ਦੀ ਸੱਟ ਖਾਂਦਾ ਹੈ, ਵਿਕਾਰ ਕਰਨ ਲੱਗ ਪੈਂਦਾ ਹੈ। ਉਸ ਤੋਂ ਧਰਮਰਾਜ ਲੇਖਾ ਮੰਗਦਾ ਹੈ। ਨਾਮਾ ਮਾਇਆ ਮੋਹਿਆ, ਕਹੇ ਤਿਲੋਚਨ ਮੀਤ। ਕਾਹੇ ਸ਼ੀਪੋ ਛਾਇ ਲੈ, ਰਾਮ ਨ ਲਾਵੋ ਚੀਤ। ਤਿਲੋਚਨ ਆਖਦਾ ਹੈ ਕਿ ਹੇ ਮਿੱਤਰ ਨਾਮਦੇਵ, ਤੂੰ ਤਾਂ ਮਾਇਆ ਵਿੱਚ ਫਸਿਆ ਜਾਪਦਾ ਹੈ। ਇਹ ਅੰਬਰੇ ਕਿਉਂ ਠੇਕ ਰਿਹਾ ਹੈ? ਪਰਮਾਤਮਾ ਦੇ ਚਰਨਾਂ ਨਾਲ ਕਿਉਂ ਚਿੱਤ ਨਹੀਂ ਜੋੜਦਾ? ਨਾਮਾ ਕਹੇ ਤਿਲੋਚਨਾ, ਮੁਖ ਤੇ ਰਾਮ ਸਮਾਲ। ਹਾਥ ਪਾਓ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਨਾਮਦੇਵ ਅੱਗੋਂ ਉੱਤਰ ਦਿੰਦਾ ਹੈ, ਹੇ ਤਿਰਲੋਚਨ, ਮੂੰਹ ਨਾਲ ਪਰਮਾਤਮਾ ਦਾ ਨਾਮ ਲੈ, ਹੱਥ ਪੈਰ ਵਰਤ ਕੇ ਸਾਰਾ ਕੰਮ ਕਾਜ ਕਰ ਅਤੇ ਆਪਣਾ ਚਿੱਤ ਮਾਇਆ ਰਹਿਤ ਪਰਮਾਤਮਾ ਨਾਲ ਜੋੜ। ਮਹੱਲਾ ਪੰਜਵਾਂ। ਕਬੀਰਾ ਹਮਰਾ ਕੋ ਨਹੀਂ, ਹਮ ਕਿਸ ਹੂ ਕੇ ਨਾਹੇ। ਜਿਨੇ ਰਚਨ ਰਚਾਇਆ, ਤਿਸ ਹੀ ਮਾਹੇ ਸਮਾਏ। ਹੇ ਕਬੀਰ, ਨਾ ਕੋਈ ਸਾਡਾ ਸਦਾ ਦਾ ਸਾਥੀ ਹੈ ਅਤੇ ਨਾ ਹੀ ਅਸੀਂ ਕਿਸੇ ਦੇ ਸਦਾ ਲਈ ਸਾਥੀ ਬਣ ਸਕਦੇ ਹਾਂ। ਬੇੜੀ ਦੇ ਪੂਰ ਦਾ ਮੇਲਾ ਹੈ ਤਾਂ ਤੇ ਜਿਸ ਪਰਮਾਤਮਾ ਨੇ ਇਹ ਰਚਨਾ ਰਚੀ ਹੈ, ਅਸੀਂ ਤਾਂ ਉਸੇ ਦੀ ਯਾਦ ਵਿੱਚ ਟਿਕੇ ਰਹਿੰਦੇ ਹਾਂ। ਕਬੀਰ ਕੀਚੜ ਆਟਾ ਗਿਰ ਪਰਿਆ, ਕਿਛੂ ਨ ਆਇਓ ਹਾਥ। ਪੀਸਤ ਪੀਸਤ ਚਾਬਿਆ, ਸੋਈ ਨਿਭਿਆ ਸਾਥ। ਹੇ ਕਬੀਰ, ਕੋਈ ਤੀਵੀ ਜੋ ਕਿਸੇ ਦੇ ਘਰੋਂ ਆਟਾ ਪੀ ਕੇ ਲਿਆਈ, ਆਪਣੇ ਘਰ ਆਉਂਦਿਆਂ ਰਾਹ ਵਿੱਚ ਉਹ ਆਟਾ ਚਿੱਕੜ ਵਿੱਚ ਡਿੱਗ ਪਿਆ। ਉਸ ਵਿਚਾਰੀ ਦੇ ਹੱਥ ਪੱਲੇ ਕੁਝ ਵੀ ਨਾ ਪਿਆ। ਚੱਕੀ ਪੀਂਦਿਆਂ ਪੀਂਦਿਆਂ ਜਿਤਨੇ ਕੁ ਦਾਣੇ ਉਸਨੇ ਚੱਬ ਲਏ, ਬਸ ਉਹੀ ਉਸ ਦੇ ਕੰਮ ਆਇਆ। ਕਬੀਰ ਮਨ ਜਾਣੇ ਸਭ ਬਾਤ, ਜਾਨਤ ਹੀ ਔਗਣ ਕਰੇ। ਕਾਹੇ ਕੀ ਕੁਸਲਾਤ, ਹਾਥ ਦੀਪ ਕੁਏ ਪਰੇ। ਹੇ ਕਬੀਰ, ਜੋ ਮਨੁੱਖ ਹਰ ਰੋਜ਼ ਧਰਮ ਅਸਥਾਨ 'ਤੇ ਜਾ ਕੇ ਭਜਨ ਭਗਤੀ ਕਰਨ ਪਿੱਛੋਂ ਸਾਰਾ ਦਿਨ ਠੱਗੀ ਫਰੇਬ ਦੀ ਕਿਰਤ ਕਮਾਈ ਕਰਦਾ ਹੈ, ਉਹ ਇਸ ਗੱਲੋਂ ਨਾ ਵਾਕਿਫ ਨਹੀਂ ਹੈ ਕਿ ਉਹ ਮਾੜੀ ਗੱਲ ਹੈ। ਉਸ ਦਾ ਮਨ ਸਭ ਕੁਝ ਜਾਣਦਾ ਹੈ, ਪਰ ਉਹ ਜਾਣਦਾ ਹੋਇਆ ਵੀ ਠੱਗੀ ਦੀ ਕਮਾਈ ਵਾਲਾ ਪਾਪ ਕਰੀ ਜਾਂਦਾ ਹੈ। ਪਰਮਾਤਮਾ ਦੀ ਭਗਤੀ ਤਾਂ ਇੱਕ ਜਗਦਾ ਦੀਵਾ ਹੈ, ਜਿਸ ਦੇ ਜ਼ਿੰਦਗੀ ਦੇ ਹਨੇਰੇ ਸਫ਼ਰ ਵਿੱਚ ਮਨੁੱਖ ਨੂੰ ਰਸਤਾ ਵਿਖਾਣਾ ਹੈ, ਵਿਕਾਰਾਂ ਦੇ ਖੂਹ ਖਾਤੇ ਵਿੱਚ ਡਿੱਗਣੋਂ ਬਚਾਉਣਾ ਹੈ। ਪਰ ਉਸ ਦੀਵੇ ਤੋਂ ਕੀ ਸੁੱਖ ਜੇ ਉਸ ਦੀਵੇ ਦੇ ਸਾਡੇ ਹੱਥ ਵਿੱਚ ਹੁੰਦਿਆਂ ਵੀ ਅਸੀਂ ਖੂਹ ਵਿੱਚ ਡਿੱਗ ਪਏ। ਕਬੀਰ ਲਾਗੀ ਪ੍ਰੀਤ ਸੁਜਾਨ ਸਿਉ, ਬਰਜੈ ਲੋਗ ਅਜਾਨ।
ਤਾਸਿਓ ਟੂਟੀ ਕਿਉ ਬਨੈ ਜਾਕੇ ਜੀ ਪਰਾਨ। ਹੇ ਕਬੀਰ, ਜੇ ਤੂੰ ਚਿਤ ਨਿਰੰਜਨ ਨਾਲ ਜੋੜੀ ਰੱਖਣਾ ਹੈ ਤਾਂ ਇਹ ਚੇਤਾ ਰੱਖ ਕਿ ਇਹ ਮੂਰਖ ਜਗਤ ਭਾਵ ਸਾਕ ਸੰਬੰਧੀਆਂ ਦਾ ਮੋਹ ਅਤੇ ਠੱਗੀ ਦੀ ਕਿਰਤਕਾਰ ਘੱਟ ਘੱਟ ਦੀ ਜਾਣਨ ਵਾਲੇ ਪਰਮਾਤਮਾ ਨਾਲ ਬਣੀ ਪ੍ਰੀਤ ਦੇ ਰਸਤੇ ਵਿੱਚ ਰੋਕ ਪਾਉਂਦਾ ਹੈ ਅਤੇ ਇਸ ਧੋਖੇ ਵਿੱਚ ਆਇਆ ਘਾਟਾ ਹੀ ਘਾਟਾ ਹੈ, ਕਿਉਂਕਿ ਜਿਸ ਪਰਮਾਤਮਾ ਦੀ ਦਿੱਤੀ ਹੋਈ ਇਹ ਜਿੰਦ ਜਾਨ ਹੈ ਉਸ ਨਾਲੋਂ ਵਿਛੜੀ ਹੋਈ ਕਿਸੇ ਹਾਲਤ ਵਿੱਚ ਵੀ ਇਹ ਸੋਹਣੀ ਨਹੀਂ ਲੱਗ ਸਕਦੀ, ਸੌਖੀ ਨਹੀਂ ਰਹਿ ਸਕਦੀ। ਕਬੀਰ ਕੋਠੇ ਮੰਡਪ ਹੇਤ ਕਰ ਕਾਹੇ ਮਰੋ ਸਵਾਰ, ਕਾਰਜ ਸਾਢੇ ਤੀਨ ਹੱਥ ਕਨੀ ਨ ਪੌਨੇ ਚਾਰ। ਜਿੰਦ ਦਾਤੇ ਪ੍ਰਭੂ ਨਾਲੋਂ ਵਿਛੜੀ ਜਿੰਦ ਸੌਖੀ ਨਹੀਂ ਰਹਿ ਸਕਦੀ, ਤਾਂ ਸਿਉਂ ਟੂਟੀ ਕਿਉਂ ਬਣੇ। ਤਾਤੇ ਹੇ ਕਬੀਰ, ਉਸ ਜਿੰਦ ਦਾਤੇ ਨੂੰ ਭੁਲਾ ਕੇ ਘਰ ਮਹਿਲ ਮਾੜੀਆਂ ਬੜੇ ਸ਼ੌਂਕ ਨਾਲ ਸਜਾ ਸਜਾ ਕੇ ਕਿਉਂ ਆਤਮਕ ਮੌਤੇ ਮਰ ਰਹੇ ਹੋ। ਤੁਹਾਡੀ ਆਪਣੀ ਲੋੜ ਤਾਂ 3.5 ਹੱਥ ਜ਼ਮੀਨ ਨਾਲ ਪੂਰੀ ਹੋ ਰਹੀ ਹੈ, ਕਿਉਂਕਿ ਹਰ ਰੋਜ਼ ਸੌਣ ਵੇਲੇ ਆਪਣੇ ਕੱਦ ਅਨੁਸਾਰ ਤੁਸੀਂ ਇਤਨੀ ਕੁ ਹੀ ਵਰਤਦੇ ਹੋ। ਪਰ ਜੇ ਤੁਹਾਡਾ ਕੱਦ ਕੁਝ ਲੰਮਾ ਹੈ, ਜੇ ਤੁਹਾਨੂੰ ਕੁਝ ਵਧੇਕ ਜ਼ਮੀਨ ਦੀ ਲੋੜ ਪੈਂਦੀ ਹੈ ਤਾਂ 4.25 ਹੱਥ ਵਰਤ ਲੈਂਦੇ ਹੋਵੋਗੇ। ਕਬੀਰ ਜੋ ਮੈਂ ਚਿਤਵੋ ਨਾ ਕਰੈ, ਕਿਆ ਮੇਰੇ ਚਿਤਵੇ ਹੋਏ। ਆਪਣਾ ਚਿਤਵਿਆ ਹਰ ਕਰੈ, ਜੋ ਮੇਰੇ ਚਿਤ ਨਾ ਹੋਏ। ਹੇ ਕਬੀਰ, ਚਿਤ ਨਿਰੰਜਨ ਨਾਲ ਰੱਖਣ ਦੇ ਥਾਂ ਤੂੰ ਸਾਰਾ ਦਿਨ ਮਾਇਆ ਦੀਆਂ ਹੀ ਸੋਚਾਂ ਸੋਚਦਾ ਰਹਿੰਦਾ ਹੈ, ਪਰ ਤੇਰੇ ਮੇਰੇ ਸੋਚਾਂ ਸੋਚਣ ਨਾਲ ਕੁਝ ਨਹੀਂ ਬਣਦਾ। ਪਰਮਾਤਮਾ ਉਹ ਕੁਝ ਨਹੀਂ ਕਰਦਾ ਜੋ ਮੈਂ ਸੋਚਦਾ ਹਾਂ, ਭਾਵ ਜੋ ਅਸੀਂ ਸੋਚਦੇ ਰਹਿੰਦੇ ਹਾਂ। ਪ੍ਰਭੂ ਉਹ ਕੁਝ ਕਰਦਾ ਹੈ ਜੋ ਉਹ ਆਪ ਸੋਚਦਾ ਹੈ, ਤੇ ਜੋ ਕੁਝ ਉਹ ਪਰਮਾਤਮਾ ਸੋਚਦਾ ਹੈ ਉਹ ਸਾਡੇ ਚਿੱਤ ਚੇਤੇ ਵੀ ਨਹੀਂ ਹੁੰਦਾ। ਮਹੱਲਾ ਤੀਜਾ। ਚਿੰਤਾ ਵੀ ਆਪ ਕਰਾਏ ਸੀ, ਅਚਿੰਤ ਵੀ ਆਪੇ ਦੇ। ਨਾਨਕ ਸੋ ਸਾਲਾਹੀਐ, ਜੇ ਸਭਨਾ ਸਾਰ ਕਰੇ। ਹੇ ਕਬੀਰ, ਜੀਵਾਂ ਦੇ ਕੀ ਵਸ। ਪ੍ਰਭੂ ਆਪ ਹੀ ਜੀਵਾਂ ਦੇ ਮਨ ਵਿੱਚ ਦੁਨੀਆ ਦੇ ਫਿਕਰ ਸੋਚਾਂ ਪੈਦਾ ਕਰਦਾ ਹੈ। ਉਹ ਅਵਸਥਾ ਵੀ ਪ੍ਰਭੂ ਆਪ ਹੀ ਬਖਸ਼ਦਾ ਹੈ ਜਦੋਂ ਮਨੁੱਖ ਇਹਨਾਂ ਫਿਕਰ ਸੋਚਾਂ ਤੋਂ ਰਹਿਤ ਹੋ ਜਾਂਦਾ ਹੈ। ਹੇ ਨਾਨਕ, ਜੋ ਪ੍ਰਭੂ ਸਭ ਜੀਵਾਂ ਦੀ ਸੰਭਾਲ ਕਰਦਾ ਹੈ ਉਸੇ ਦੇ ਗੁਣ ਗਾਣੇ ਚਾਹੀਦੇ ਹਨ, ਭਾਵ ਪ੍ਰਭੂ ਅੱਗੇ ਹੀ ਅਰਦਾਸ ਕਰਕੇ ਦੁਨੀਆ ਦੇ ਫਿਕਰ ਸੋਚਾਂ ਤੋਂ ਬਚੇ ਰਹਿਣ ਦੀ ਦਾਤ ਮੰਗੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।